ਸਾਰੇ ਦੋਸਤ ਉਮੀਦ ਕਰਨਾ ਖੈਰ ਖੈਰੀਅਤ ਨਾਲ ਹੋਣਗੇ। ਅੱਜ ਜਿਹੜੇ ਟੌਪਿਕ ਤੇ ਗੁਫ਼ਤਗੂ ਕਰਾਂਗੇ, ਜਿਹਦੇ ਬਾਰੇ ਤੁਹਾਨੂੰ ਦੱਸਣਾ ਹੈ, ਉਹਦੇ ਬਾਰੇ 'ਚ ਗੁਫ਼ਤਗੂ ਕਰਨ ਵਾਸਤੇ ਜਿਗਰਾ ਚਾਹੀਦਾ ਹੈ। ਕਿਉਂਕਿ ਬਹੁਤ ਸੇ ਦੋਸਤ ਨੇ, ਕੁਲੀਗ ਨੇ, ਅਦਾਰੇ ਐਸੇ ਨੇ ਜਿਹੜੇ ਉਹਦੇ 'ਤੇ ਗੁਫ਼ਤਗੂ ਨਹੀਂ ਕਰਨਾ ਚਾਹੁੰਦੇ। ਲੇਕਿਨ ਮੈਂ ਚੂੰਕਿ ਇੱਥੇ ਜਾਪਾਨ ਵਿੱਚ ਹੁੰਦਿਆਂ ਚੀਜ਼ਾਂ ਨੂੰ ਵੇਖਿਆ, ਸਟੂਡੈਂਟਸ ਨੂੰ ਵੇਖਿਆ, ਅਤੇ ਮੈਂ ਤਾਂ ਇਹ ਚੀਜ਼ ਸਮਝਦਾ ਕਿ ਅੱਜ ਜੋ ਚੀਜ਼ ਵੇਖੀ ਹੈ ਤਾਂ ਉਹਦੀ ਅਗਾਹੀ ਦੇਣੀ ਚਾਹੀਦੀ ਹੈ ਉਹਨਾਂ ਦੋਸਤਾਂ ਨੂੰ, ਉਹਨਾਂ ਸਟੂਡੈਂਟਸ ਨੂੰ ਜਿਨ੍ਹਾਂ ਨੇ ਆਉਣਾ ਹੈ, ਤਾਂ ਕਿ ਉਹਨਾਂ ਦਾ ਫਾਇਦਾ ਹੋ ਜਾਏ। ਸਟੂਡੈਂਟ ਦੇ ਮਸਾਇਲ ਇੱਥੇ ਕੀ ਨੇ? ਸਟੂਡੈਂਟ ਦੇ ਮਸਾਇਲ ਇੱਥੇ ਨੇ ਜੋਬ। ਕਹਿੰਦੇ ਨੇ ਜੋਬ ਨਹੀਂ ਮਿਲ ਰਹੀ। ਕਿਉਂ ਨਹੀਂ ਮਿਲ ਰਹੀ? ਜ਼ੁਬਾਨ ਨਹੀਂ ਆਉਂਦੀ। ਅਤੇ ਜ਼ੁਬਾਨ ਸਿੱਖ ਕੇ ਆਓ ਭਾਈ। ਪਾਕਿਸਤਾਨ ਹੁੰਦੇ ਹੋ, ਤੁਹਾਨੂੰ ਕਹੀਦਾ ਯਾਰ ਜੈਪਨੀਜ਼ ਲੈਂਗੁਏਜ ਸਿੱਖ ਲਓ, ਉਹ ਖੁਦਾ ਦਾ ਨਾਜ ਪੜ੍ਹ ਲਵੋ, ਉਹ ਹੀਰਾ ਗਾਨਾ ਕਰ ਲਓ, ਕਾਤਾਕਾਨਾ ਕਰ ਲਓ, ਤੁਹਾਨੂੰ ਨੋਟਸ ਦਿੱਤੇ ਨੇ ਤਿਆਰੀ ਕਰ ਲਓ, ਉਹ ਵਕੈਬ ਤੁਹਾਨੂੰ ਦਿੱਤੀ ਹੈ ਤਿਆਰੀ ਕਰ ਲਓ। ਤੁਸੀਂ ਨਹੀਂ ਸਮਝਦੇ, ਤੁਸੀਂ ਕਹਿੰਦੇ ਹੋ ਅਸਾਂ ਜਾਣਾ ਸਿਰਫ ਜਾਪਾਨ, ਬਸ ਕਿ ਜਾਪਾਨ ਪਹੁੰਚ ਗਏ ਤਾਂ ਪਤਾ ਨਹੀਂ ਕੀ ਹੋ ਜਾਣਾ। ਦਰਖਤ ਤੁਹਾਨੂੰ ਆਉਂਦੇ ਹੋ ਨਹੀਂ? ਉਹ ਕਿਹੜੇ ਦਰਖਤ ਨੇ ਕਿ ਜਿਹਨਾਂ ਤੁਸੀਂ ਲਾਉਣਾ ਦੇ ਪੈਸੇ ਡਿੱਗਣੇ ਨੇ? ਮੈਂ ਪਾਰਕ 'ਚ ਬੈਠਾ, ਤੁਹਾਨੂੰ ਉਹ ਦਰਖਤ ਹੀ ਵਿਖਾਉਂਦੇ ਆ। ਸਟੂਡੈਂਟਸ ਨੂੰ ਜੋਬ ਦੇ ਮਸਾਇਲ ਕਿਉਂ ਆਉਂਦੇ ਨੇ? ਜੈਪਨੀਜ਼ ਲੈਂਗੁਏਜ ਨਹੀਂ ਸਿੱਖ ਕੇ ਆਉਂਦੇ। ਇੱਥੇ ਆਉਂਦੇ ਨੇ, ਇੰਟਰਵਿਊ ਦੇਣ ਜਾਂਦੇ ਨੇ, ਇੰਟਰਵਿਊ ਕਲੀਅਰ ਨਹੀਂ ਹੁੰਦਾ, ਫਾਰਗ। ਫਿਰ ਸਟੂਡੈਂਟਸ ਕਹਿੰਦੇ ਨੇ, ਕਈ ਸਟੂਡੈਂਟ ਐਸੇ ਨੇ ਜਿਹੜੇ ਕਹਿੰਦੇ ਨੇ ਸਾਨੂੰ 28 ਘੰਟੇ ਪੂਰੇ ਨਹੀਂ ਮਿਲ ਰਹੇ। ਵਜ੍ਹਾ ਉਹ ਵੀ ਲੈਂਗੁਏਜ। ਕਿਉਂਕਿ ਕੁਛ ਕੰਪਨੀਜ਼ ਐਸੀਆਂ ਹੁੰਦੀਆਂ ਨੇ ਜਿਹੜੀ ਤੁਹਾਨੂੰ ਜੋਬ ਦਿੰਦੀਆਂ ਨੇ ਕਿ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਲੇਬਰ ਦੀ, ਲੇਕਿਨ ਉਹ ਆਪਣਾ ਟਾਈਮ ਪੂਰਾ ਕਰ ਰਹੇ ਹੁੰਦੇ ਨੇ, ਤੁਹਾਡਾ ਟਾਈਮ ਨਹੀਂ ਪੂਰਾ ਕਰਵਾ ਰਹੇ ਹੁੰਦੇ, ਆਪਣਾ ਟਾਈਮ ਪੂਰਾ ਕਰਦੇ ਨੇ, ਆਪਣਾ ਵਕਤ ਪੂਰਾ ਕਰਦੇ ਨੇ। ਠੀਕ ਹੈ, ਉਹਨਾਂ ਨੂੰ ਜਿੰਨੀ ਤੁਹਾਡੀ ਜ਼ਰੂਰਤ ਹੈ ਉਹਨਾਂ ਤੁਹਾਡੇ ਕੋਲ ਕੰਮ ਨਹੀਂ ਲੈਂਦੇ ਨੇ, ਤੁਸੀਂ ਫਾਰਗ, ਤੁਹਾਡੇ 28 ਘੰਟੇ ਪੂਰੇ ਨਹੀਂ ਹੋ ਰਹੇ। ਫਿਰ ਕਈ ਸਟੂਡੈਂਟ ਐਸੇ ਨੇ ਕਿ ਜਿਹੜੇ 28 ਘੰਟੇ ਤੋਂ ਜ਼ਿਆਦਾ ਵੀ ਜਿਨ੍ਹਾਂ ਨੂੰ ਕੰਮ ਮਿਲਦਾ ਪਿਆ, ਲੇਕਿਨ ਉਹ ਕਹਿੰਦੇ ਨੇ ਅਸੀਂ ਨਹੀਂ ਕਰਦੇ, ਬਿਹਤਰੀਨ ਕਰਦੇ ਨੇ। ਕਈ ਐਸੇ ਸਟੂਡੈਂਟਸ ਨੇ ਜਿਨ੍ਹਾਂ ਨੂੰ 28 ਘੰਟੇ ਤੋਂ ਜ਼ਿਆਦਾ ਕੰਮ ਮਿਲਦਾ ਪਿਆ ਤਾਂ ਉਹ ਕਰਦੇ ਵੀ ਪਏ ਨੇ। ਉਹਦਾ ਨੁਕਸਾਨ ਕੀ ਉਹ ਵੀ ਤੁਹਾਨੂੰ ਦੱਸਣਾ। ਵੇਖੋ, ਅਗਰ ਤਾਂ ਤੁਹਾਨੂੰ 28 ਘੰਟੇ ਤੋਂ ਜ਼ਿਆਦਾ ਕੰਮ ਮਿਲ ਰਿਹਾ ਅਤੇ ਤੁਹਾਨੂੰ ਅਗਰ ਸਕੂਲ ਤੋਂ ਛੁੱਟੀਆਂ ਨੇ ਤਾਂ ਤੁਸੀਂ ਉਹ ਤੋਂ ਖਾਮੀ ਲਵੋ, ਪੇਪਰ ਲਵੋ, ਕਰੋ ਕੰਮ ਜਿੰਨਾ ਮਰਜ਼ੀ ਕਰੋ, ਜੋ ਉਹਨਾਂ ਨੇ ਉੱਥੇ ਦੱਸਿਆ ਹੁੰਦਾ ਉਹਦੇ ਮੁਤਾਬਕ। ਲੇਕਿਨ ਜਾਪਾਨ ਵਿੱਚ ਅਗਰ ਤੁਸੀਂ ਰਹਿਣਾ ਹੈ ਤਾਂ ਇੱਥੇ ਤੁਹਾਨੂੰ ਰੂਲ ਐਂਡ ਰੈਗੂਲੇਸ਼ਨ ਫਾਲੋ ਕਰਨਾ ਪੈਣਾ। ਜਾਪਾਨ ਦੇ ਜੋ ਵੀ ਰੂਲਸ ਨੇ, ਦੋ ਚੀਜ਼ਾਂ ਨੇ ਇੱਥੇ, ਰੂਲ ਅਤੇ ਟੈਕਸ ਹੈ, ਬਸ। ਅਗਰ ਇਹ ਦੋ ਚੀਜ਼ਾਂ ਦਿਓਗੇ ਤੇ ਕਾਮਯਾਬ ਹੋ ਤੁਸੀਂ। ਤਾਂ ਹੁਣ ਆਇਓ ਵੇਖਿਓ ਕਿਹੜਾ ਦਰਖਤ ਹੈ ਕਿ ਜਿਹਨੂੰ ਤੁਸੀਂ ਹਿਲਾਉਣਾ ਹੈ ਤੇ ਨੋਟ। ਆਹ ਵੇਖੋ ਜੀ ਯਾਰ, ਇਹ ਤਾਂ ਸੁੱਕਾ ਦਰਖਤ ਹੈ। ਠੀਕ ਹੈ ਜੀ, ਇਹ ਦਰਖਤ ਹੈ ਸੁੱਕਾ, ਇਹਨੂੰ ਹਿਲਾਉਣ ਡਿਆਂ ਦੇ ਨੋਟ ਕਿਉਂ ਨਹੀਂ ਡਿੱਗਦੇ ਪਏ? ਇਹਦੀ ਮਿਸਾਲ ਉਹਨਾਂ ਸਟੂਡੈਂਟ ਦੀ ਤਰ੍ਹਾਂ ਹੈ ਜਿਨ੍ਹਾਂ ਨੇ ਲੈਂਗੁਏਜ ਨਹੀਂ ਸਿੱਖੀ। ਤੇ ਹੁਣ ਤੁਹਾਨੂੰ ਉਹ ਦਰਖਤ ਵਿਖਾਉਂਦੇ ਆ ਕਿ ਜਿਹਦੇ ਪੱਤਰ ਲੱਗੇ ਨੇ, ਜਿਹਨੂੰ ਤੁਸੀਂ ਹਿਲਾਉਣਾ ਤੇ ਨੋਟ ਡਿੱਗਣੇ ਨੇ। ਹਈਏ ਨਹੀਂ ਡਿੱਗਣਗੇ ਨੋਟ। ਇਹ ਨਾ ਹੋਵੇ ਤੁਸੀਂ ਕਹੋ ਕਿ ਜਨਾਬ ਤੁਹਾਂ ਕਿਹਾ ਨੋਟ ਡਿੱਗਣਗੇ ਤੇ ਨੋਟ ਤਾਂ ਡਿੱਗਦੇ ਨਹੀਂ ਪਏ। ਇਹ ਦਰਖਤ ਹੋ ਦੇਖੋ, ਹਰਿਆਲੀ, ਸਬਜ਼ਾ। ਇਹ ਉਹ ਸਟੂਡੈਂਟ ਨੇ ਕਿ ਜਿਹੜੇ ਲੈਂਗੁਏਜ ਸਿੱਖ ਕੇ ਆਏ ਨੇ ਤੇ ਕੰਮ ਕਰਦੇ ਨੇ ਪਏ, ਪੈਸਾ ਵੀ ਕਮਾ ਰਹੇ ਨੇ, ਖੁਸ਼ ਨੇ। 28 ਘੰਟੇ ਤੋਂ ਜ਼ਿਆਦਾ ਵੀ ਕੰਮ ਲੱਭਦਾ ਪਿਆ। ਅਗਰ ਤੁਸੀਂ 28 ਘੰਟੇ ਤੋਂ ਜ਼ਿਆਦਾ ਕੰਮ ਕਰਦੇ ਹੋ ਤੇ ਇਮੀਗ੍ਰੇਸ਼ਨ 'ਚ ਰਿਪੋਰਟ ਹੋ ਜਾਂਦੀ ਹੈ ਜਾਂ ਤੁਹਾਡੀ ਬੈਂਕ ਅਕਾਊਂਟ ਵਗੈਰਾ ਤੋਂ ਤੁਸੀਂ ਫੜੇ ਜਾਂਦੇ ਹੋ, ਫਿਰ ਤੁਹਾਡੇ ਵੀਜ਼ੇ ਵਾਸਤੇ ਮਸਲਾ ਬਣੇਗਾ। ਤੇ ਉਸ ਮਸਲੇ ਨੂੰ ਤੁਸੀਂ ਆਪ ਹੀ ਫੇਸ ਕਰਨਾ। ਇੱਥੇ ਕਿਸੇ ਬੰਦੇ ਨੇ ਜਿਹੜਾ ਨਾ ਉਹ ਤੁਹਾਡੇ ਨਾਲ ਨਹੀਂ ਟੁਰਨਾ। ਚੰਦ ਹੁੰਦੇ ਨੇ ਮੁਖਲਿਸ ਜਿਹੜੇ ਚੱਲਦੇ ਨੇ, ਅਦਰਵਾਈਜ਼ ਨਹੀਂ। ਕੋਈ ਬੰਦਾ ਨਹੀਂ ਆਪਣੀ ਦਿਹਾੜੀ ਤੋੜ ਕੇ ਤੁਹਾਡੇ ਨਾਲ ਜਾਏਗਾ। ਗੁਜ਼ਾਰਿਸ਼ ਇਹ ਵੇ ਕਿ ਲੈਂਗੁਏਜ ਸਿੱਖ ਕੇ ਆਓ ਜੇ ਤੁਸੀਂ ਆਉਣਾ ਹੈ, ਜੇ ਤੁਸੀਂ ਇੱਥੇ ਸਰਵਾਈਵ ਕਰਨਾ ਹੈ। ਲੈਂਗੁਏਜ ਤੋਂ ਬਗੈਰ ਇੱਥੇ ਸਰਵਾਈਵਲ ਨਹੀਂ ਜਿਹਾ ਸਟੂਡੈਂਟਸ ਦਾ। ਫਿਰ ਆ ਕੇ ਕੀ ਕਰੋਗੇ? ਇੱਥੇ ਹੋਰ ਦੂਸਰੇ ਮਾਮਲਾਤ 'ਚ ਪਾਈਓਗੇ, ਵੀਜ਼ਾ ਖਰਾਬ ਹੋ ਜਾਏਗਾ, ਪ੍ਰੋਬਲਮ ਤੁਹਾਡੇ ਵਾਸਤੇ ਹੋਏਗੀ, ਕਿਸੇ ਦਾ ਕੁਛ ਨਹੀਂ ਜਾਣਾ।